हेलो स्टूडेंट्स, आज का अपना टॉपिक है कंजक्शन। फर्स्ट ऑफ ऑल आप जानेंगे व्हाट आर कंजक्शंस। A conjunction is a part of speech that connects words, clauses or sentences or shows relations between sentences. Clause ਜਿਹੜੇ ਇਹੋ ਜਿਹਾ part of speech ਹੈ, it is a part of speech ਜਿਹੜਾ ਕਿ ਸੈਂਟੈਂਸ ਦੇ ਵਿੱਚ ਸ਼ਬਦਾਂ ਨੂੰ, ਕਲੌਜ਼ਸ ਨੂੰ ਜਾਂ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦਾ ਹੈ ਜਾਂ ਜੋੜਨ ਦਾ ਕੰਮ ਕਰਦਾ ਹੈ ਜਾਂ ਸੈਂਟੈਂਸਿਸ ਦੇ ਵਿੱਚ ਵਾਕਾਂ ਦੇ ਵਿੱਚ ਆਪਸ ਦਾ ਸੰਬੰਧ ਦੱਸਦਾ ਹੈ, ਰਿਲੇਸ਼ਨ ਕੀ ਹੈ ਦੋ ਵਾਕਾਂ ਦੇ ਵਿੱਚ ਆਪਸ ਦੇ ਵਿੱਚ। ਤਾਂ ਆਪਾਂ ਸਮਝਦੇ ਹਾਂ ਕਿ ਕੰਜੰਕਸ਼ਨ ਜਿਹੜਾ ਇਹੋ ਜਿਹਾ ਪਾਰਟ ਆਫ ਸਪੀਚ ਹੈ, ਦੋ ਸ਼ਬਦਾਂ ਦੇ ਵਿੱਚ, ਦੋ ਕਲੌਜ਼ਸ ਦੇ ਵਿੱਚ, ਦੋ ਫਰੇਜ਼ਸ ਦੇ ਵਿੱਚ, ਦੋ ਸੈਂਟੈਂਸਿਸ ਦੇ ਵਿੱਚ ਜਿਹੜਾ ਜੋੜਨ ਦਾ ਕੰਮ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਕੰਜੰਕਸ਼ਨ। ਟੂ ਕੰਜੰਕਟ ਵਰਡਸ, ਸ਼ਬਦਾਂ ਨੂੰ, ਵਾਕਾਂ ਨੂੰ, ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਨਾ। ਜਿਹੜੇ ਸ਼ਬਦ ਇਹ ਕੰਮ ਕਰਦੇ ਆ ਉਹਨਾਂ ਸ਼ਬਦਾਂ ਨੂੰ ਜਿਹੜਾ ਕੰਜੰਕਸ਼ਨ ਦਾ ਨਾਮ ਦਿੱਤਾ ਜਾਂਦਾ ਹੈ। ਤਾਂ ਅੱਜ ਆਪਾਂ ਇੰਗਲਿਸ਼ ਗ੍ਰਾਮਰ ਦੇ ਵਿੱਚ ਕੁਝ ਜਿਹੜੇ ਕੰਜੰਕਸ਼ਨਸ ਯੂਜ਼ ਹੁੰਦੀਆਂ ਉਹਨਾਂ ਵਿੱਚੋਂ ਕੁਝ ਕੰਜੰਕਸ਼ਨਸ ਬਾਰੇ ਗੱਲ ਕਰਾਂਗੇ ਵਨ ਬਾਈ ਵਨ। ਸਭ ਤੋਂ ਪਹਿਲਾ ਜਿਹੜੀ ਕੰਜੰਕਸ਼ਨ ਹੈ ਉਹ ਹੈ ਐਂਡ। ਐਂਡ ਦਾ ਮਤਲਬ ਤੁਸੀਂ ਸਮਝਦੇ ਹੋ, ਅਤੇ, ਤੇ ਜਾਂ ਹਿੰਦੀ ਚ ਔਰ ਕਹਿ ਦਿੰਦੇ ਹੋ। ਐਂਡ ਜਿਹੜੀ ਕੰਜੰਕਸ਼ਨ ਹੈ, ਆਪਾਂ ਕੋਈ ਕੰਮ ਇਹ ਦੱਸਣਾ ਹੋਏ ਕਿ ਦੋ ਬੱਚੇ ਹੈ, ਉਹ ਦੋਨਾਂ ਨੇ ਕੰਮ ਕੀਤਾ, ਤਾਂ ਉਹਨੂੰ ਆਪਾਂ ਦੋਨਾਂ ਦੇ ਨਾਮ ਜਿਹੜੇ ਦੇ ਵਿੱਚ ਜੋੜਨ ਦੇ ਲਈ ਕੰਜੰਕਸ਼ਨ ਵਰਡ ਯੂਜ਼ ਕਰਾਂਗੇ, ਦੈਟ ਇਜ਼ ਐਂਡ। ਜਿਵੇਂ ਕਿ ਰਾਮ ਐਂਡ ਸ਼ਾਮ ਵੈਂਟ ਟੂ ਦਾ ਪਾਰਕ। ਰਾਮ ਅਤੇ ਸ਼ਾਮ ਦੋਨੋਂ ਜਿਹੜੇ ਹੈ ਪਾਰਕ ਦੇ ਵਿੱਚ ਗਏ। ਆਪਾਂ ਉਹਨਾਂ ਰਾਮ ਐਂਡ ਸ਼ਾਮ ਦੋਨਾਂ ਸ਼ਬਦਾਂ ਨੂੰ, ਰਾਮ ਔਰ ਸ਼ਾਮ ਨੂੰ ਜੋੜਨ ਦੇ ਲਈ ਵਾ ਦੋ ਸੈਂਟੈਂਸਿਸ, ਅਗਰ ਆਪਾਂ ਇਹਨਾਂ ਨੂੰ ਤੋੜ ਦਈਏ ਤਾਂ ਦੋ ਅਲੱਗ-ਅਲੱਗ ਸੈਂਟੈਂਸ ਬਣਾਂਗੇ। ਰਾਮ ਵੈਂਟ ਟੂ ਦਾ ਪਾਰਕ, ਸ਼ਾਮ ਵੈਂਟ ਟੂ ਦਾ ਪਾਰਕ। ਜਦੋਂ ਆਪਾਂ ਇਹਨਾਂ ਸ਼ਬਦ ਜੋ ਵਾਕਾਂ ਨੂੰ ਜੋੜਿਆ ਤਾਂ ਆਪਾਂ ਇੱਕ ਨਵਾਂ ਵਾਕ ਤਿਆਰ ਕਰ ਲਿਆ, ਰਾਮ ਐਂਡ ਸ਼ਾਮ ਵੈਂਟ ਟੂ ਦਾ ਪਾਰਕ। ਕਿ ਉਹ ਦੋਨੋਂ ਜਿਹੜੇ ਹੈ ਪਾਰਕ ਗਏ। ਤਾਂ ਉਹਨਾਂ ਦੋ ਵਾਕਾਂਸ਼ਾਂ ਜੋੜਨ ਵਿੱਚ ਇੱਕ ਕੰਜੰਕਸ਼ਨ ਯੂਜ਼ ਕੀਤੀ, ਦੈਟ ਇਜ਼ ਐਂਡ, ਜਿੰਨਾ ਮਤਲਬ ਹੈ ਅਤੇ। ਦੂਜੀ ਕੰਜੰਕਸ਼ਨ ਹੈ ਬਟ। ਬਟ ਦਾ ਮਤਲਬ ਹੈ ਪਰ। ਜਿਵੇਂ ਕਿ ਆਪਾਂ ਦੱਸਣਾ ਹੈ ਉਹ ਹੁਸ਼ਿਆਰ ਤਾਂ ਹੈ ਪਰ ਐਕਟਿਵ ਨਹੀਂ ਹੈ। ਉਹਦੀ ਜਿਹੜੀ ਹੈ ਕੋਈ ਵੀ ਆਪਾਂ ਦੱਸਦੇ ਵੀ ਇਹ ਕਮੀ ਹੈ, ਉਹਦੇ 'ਚ ਇੱਕ ਪਲੱਸ ਪੁਆਇੰਟ ਹੈ ਤੇ ਇੱਕ ਮਾਈਨਸ ਪੁਆਇੰਟ ਹੈ। ਤਾਂ ਆਪਾਂ ਇਹ ਚੀਜ਼ ਦੱਸਣੀ ਹੋਈ ਆਪਾਂ ਬਟ ਜਿਹੜਾ ਯੂਜ਼ ਕਰਾਂਗੇ। ਜਿਵੇਂ ਕਿ ਫॉर एग्जांपल ही इज इंटेलिजेंट बट नॉट एक्टिव। वो इंटेलिजेंट तो है बट एक्टिव नहीं है, पर वो एक्टिव नहीं है। तो आप बट जड़ी कंजंक्शंस लगावांगे। थर्ड गल कर दी आप और दा मतलब है जां। जदों अपने कोल दो ऑप्शंस होन, दो काम होए होन या दो चीज़ां होन, उन्होंने दसना होए तो आप और कंजंक्शन का जोड़ा यूज करते हैं। जिमें कि डू यू वॉन्ट टू ड्रिंक टी और कॉफी। आप किसी को ऑप्शन दे रहे हो, तुसी की पीना पसंद करोगे, चाय या कॉफी। तो आप चाय या कॉफी लिए जो वर्ड यूज किया या उनके लिए आप यूज किया और शब्द ने दसता कि इतने ऑप्शन है दो चीज़ों के विच, उन्होंने दसन लिए आप जी है कंजंक्शन यूज की है और, इनका मतलब है जा। फोर्थ नंबर पे ओनली। ओनली का मतलब है सिर्फ। आप जो किसी बात कर सिर्फ वो इन्ना ही नहीं है बट वो होर भी है, कोई प्लस पॉइंट है। या तुसी उदों ही कोई काम हासिल कर सकते हो, कोई चीज़ हासिल कर दो अगर तुसी ये करोगे तो सिर्फ तो इन्ना ही करना पेगा। सिर्फ यू कैन गेट मार्क्स ओनली इफ यू वर्क हार्ड। सिर्फ जो तुसी वर्क हार्ड करोगे। ओनली यू आर प्रेजेंट इन ए क्लास, अदर स्टूडेंट्स आर एबसेंट। आप पोज लेते ट्रोमा लगाता, ओनली यू आर प्रेजेंट टुडे, अदर स्टूडेंट्स आर एबसेंट। सिर्फ तुसी जेडे प्रेजेंट हो, बाकी बच्चे एबसेंट ने, तो उत्थे आप ओनली दी वरतों करांगे एज ए कंजंक्शन दो वाक्यां नूं जोड़न दे लई। फिफ्थ है एज वेल एज। जदों आप
ਦੱਸਣਾ ਹੋਏ ਕਿ ਤੁਸੀਂ ਇਹ ਕੰਮ ਦੇ ਕਰਨ ਦੇ ਨਾਲ ਨਾਲ ਤੁਸੀਂ ਦੂਜਾ ਕੰਮ ਵੀ ਕਰ ਸਕਦੇ ਹੋ ਜਾਂ ਹੁੰਦਾ ਪਿਆ ਹੈ ਤਾਂ ਆਪਾਂ ਐਜ਼ ਵੈਲ ਐਜ਼ ਕੰਜੰਕਸ਼ਨ ਦਾ ਪ੍ਰਯੋਗ ਕਰਾਂਗੇ। ਜਿਵੇਂ ਕਿ ਹੀ ਇਜ਼ ਇੰਟੈਲੀਜੈਂਟ ਐਜ਼ ਵੈਲ ਐਜ਼ ਸਮਾਰਟ। ਉਹ ਇੰਟੈਲੀਜੈਂਟ ਹੈ, ਉਹਦੇ ਨਾਲ ਨਾਲ ਕੀ ਹੈ, ਸਮਾਰਟ ਹੈ। ਤਾਂ ਦੋਨੋਂ ਗੱਲਾਂ ਨਾਲ ਜਿਹੜੀਆਂ ਉਹਦੀਆਂ ਕੁਆਲਿਟੀਜ਼ ਨੇ ਆਪਾਂ ਪਰਸਨਸ ਦੀਆਂ ਦੱਸ ਸਕਦੇ ਹਾਂ ਐਜ਼ ਵੈਲ ਐਜ਼ ਉਹਦੇ ਨਾਲ ਨਾਲ। 6 ਨੰਬਰ ਦੀ ਆਪਾਂ ਗੱਲ ਕਰਾਂਗੇ ਯੈਟ, ਫਿਰ ਵੀ। ਇਹਦਾ ਮਤਲਬ ਹੈ ਫਿਰ ਵੀ। ਹੀ ਵਰਕਡ ਹਾਰਡ ਯੈਟ ਹੀ ਫੇਲਡ। ਉਹਨੇ ਮਿਹਨਤ ਕੀਤੀ ਫਿਰ ਵੀ ਉਹ ਫੇਲ ਹੋ ਗਿਆ। ਤਾਂ ਇੱਥੇ ਆਪਾਂ ਗੱਲ ਕਰਾਂਗੇ ਯੈਟ ਦੀ ਫਿਰ ਵੀ। ਜਦੋਂ ਆਪਾਂ ਇਹਦਾ ਕੁਝ ਕੰਮ ਹੋਇਆ ਫਿਰ ਵੀ ਕੋਈ ਨਾ ਕੋਈ ਕਮੀ ਰਹਿ ਗਈ, ਇਹ ਕੰਮ ਐਵੇਂ ਹੋ ਗਿਆ। ਨੈਕਸਟ ਗੱਲ ਕਰਾਂਗੇ ਵਾਈਲ। ਵਾਈਲ ਹੁੰਦਾ ਦੌਰਾਨ, ਕਿਸੇ ਕੰਮ ਦੇ ਡਿਊਰਿੰਗ। ਹੀ ਵਾਜ਼ ਮੇਕਿੰਗ ਏ ਨੋਇਸ ਵਾਈਲ ਦ ਟੀਚਰ ਵਾਜ਼ ਟੀਚਿੰਗ। ਟੀਚਰ ਦੇ ਪੜ੍ਹਾਉਣ ਦੇ ਦੌਰਾਨ ਉਹ ਜਿਹੜਾ ਹੈ ਸ਼ੋਰ ਕਰ ਰਿਹਾ ਸੀ। ਹੀ ਵਾਜ਼ ਮੇਕਿੰਗ ਨੋਇਸ ਵਾਈਲ ਦ ਟੀਚਰ ਵਾਜ਼ ਟੀਚਿੰਗ। ਤੇ ਟੀਚਰ ਜਦੋਂ ਪੜ੍ਹਾ ਰਿਹਾ ਸੀ ਉਹਦੇ ਦੌਰਾਨ ਜਿਹੜਾ ਸ਼ੋਰ ਕਰ ਰਿਹਾ ਸੀ, ਉਦੋਂ ਆਪਾਂ ਜਿਹੜੇ ਹੈ ਦੌਰਾਨ ਉਸ ਡਿਊਰਿੰਗ ਪੀਰੀਅਡ ਦੇ ਲਈ ਆਪਾਂ ਵਾਈਲ ਜਿਹੜਾ ਹੈ ਯੂਜ਼ ਕਰਦੇ। ਨੈਕਸਟ ਕੰਜੰਕਸ਼ਨ ਹੈ ਬਿਕੋਜ਼, ਕਿਉਂਕਿ। ਜਦੋਂ ਆਪਾਂ ਰੀਜ਼ਨ ਦੇਣਾ ਹੋਏ ਆਪਾਂ ਇਹ ਦੱਸਣਾ, ਕਾਰਨ ਦੱਸਣਾ ਕਿਸੇ ਕੰਮ ਦੇ ਹੋਣ ਦਾ ਜਾਂ ਕਰਨ ਦਾ। ਹੀ ਜਿਵੇਂ ਐਗਜ਼ਾਮਪਲ, ਹੀ ਇਜ਼ ਐਬਸੈਂਟ ਫਰੋਮ ਸਕੂਲ ਬਿਕੋਜ਼ ਹੀ ਇਜ਼ ਇਲ ਜਾਂ ਹੀ ਇਜ਼ ਨਾਟ ਫੀਲਿੰਗ ਵੈਲ। ਕਿ ਉਹ ਅੱਜ ਜਿਹੜਾ ਹੈ ਬੱਚਾ ਹੈ ਉਹ ਸਕੂਲ ਨਹੀਂ ਆ ਸਕਿਆ, ਐਬਸੈਂਟ ਹੈ, ਕਿਉਂਕਿ ਉਹ ਬਿਮਾਰ ਹੈ। ਰੀਜ਼ਨ ਦੱਸਦਾ, ਉਹਦੀ ਰੀਜ਼ਨ ਦੱਸਣ ਲਈ ਆਪਾਂ ਸ਼ਬਦ ਯੂਜ਼ ਕਰਦੇ ਆ ਬਿਕੋਜ਼। ਜਦੋਂ ਕੁਐਸਚਨ ਵਾਈ ਚ ਹੋਵੇ ਤਾਂ ਆਨਸਰ ਜਿਹੜਾ ਹੈ ਬਿਕੋਜ਼ ਚ ਹੋਏਗਾ। ਨੈਕਸਟ ਜਿਹੜਾ 9 ਨੰਬਰ ਤੇ ਹੈ ਸੋ ਦੈਟ, ਤਾਂ ਕਿ। ਆਪਾਂ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਕਹਿੰਦੇ ਆ ਕਿ ਤੁਸੀਂ ਐਦਾਂ ਕਰੋ, ਤੁਸੀਂ ਇਹ ਕੰਮ ਕਰੋ ਤਾਂ ਕਿ ਤੁਸੀਂ ਚੰਗੇ ਨੰਬਰ ਲੈ ਸਕੋ। ਜਿਵੇਂ ਕਿ ਐਗਜ਼ਾਮਪਲ ਦੇ ਦਿੰਦੇ ਆ, ਯੂ ਸ਼ੁਡ ਵਰਕ ਹਾਰਡ ਸੋ ਦੈਟ ਯੂ ਕੈਨ ਗੈਟ ਗੁੱਡ ਮਾਰਕਸ। ਮਿਹਨਤ ਕਰੋ ਤਾਂ ਕਿ ਤੁਸੀਂ ਜਿਹੜਾ ਹੈ ਚੰਗੇ ਨੰਬਰ ਐਗਜ਼ਾਮਸ ਦੇ ਵਿੱਚ ਲੈ ਸਕੋ, ਤਾਂ ਕਿ। ਨੈਕਸਟ ਹੈ ਦੈਟ, commonly used ਕੰਜੰਕਸ਼ਨ ਹੈ ਦੈਟ। ਹੀ ਇਜ਼, ਆਪਾਂ ਇਨਡਾਇਰੈਕਟ ਸਪੀਚ ਚ ਜਿਹੜਾ ਦੈਟ ਮੋਸਟਲੀ ਯੂਜ਼ ਕਰਦੇ ਆ। ਦੈਟ ਜਿਹੜਾ ਹੈ ਇਨਡਾਇਰੈਕਟ ਸਪੀਚ ਚ, ਜਿਵੇਂ ਕਿ he is saying that, he said that he is not feeling well, ਜੋ ਚੰਗਾ ਮਹਿਸੂਸ ਨਹੀਂ ਕਰ ਰਿਹਾ। he said that, ਉਹਨੇ ਕਿਹਾ ਕਿ ਹੁੰਦਾ ਜਿਹੜਾ ਕੀ ਵਰਡ ਹੈ ਜਿਹੜਾ that ਲਈ ਯੂਜ਼ ਹੁੰਦਾ ਹੈ ਮੋਸਟ ਆਫ ਦਾ ਟਾਈਮ ਇਨ ਇਨਡਾਇਰੈਕਟ ਸਪੀਚ। 11 ਆਪਾਂ ਕਰਾਂਗੇ if, ਜੇ। ਇਹਦਾ ਮਤਲਬ ਹੈ ਜੇਕਰ। if you work hard you will get good marks, ਜੇਕਰ ਤੁਸੀਂ ਮਿਹਨਤ ਕਰੋਗੇ ਤੁਸੀਂ ਪਾਸ ਹੋ ਜਾਓਗੇ। if, ਜੇਕਰ। ਨੈਕਸਟ ਹੈ 12 as। as ਵੀ ਇੱਥੇ ਜਦੋਂ ਆਪਾਂ ਕਾਰਨ ਦੱਸਣਾ ਹੋਏ, ਰੀਜ਼ਨ ਦੱਸਣਾ ਹੋਏ ਤਾਂ ਆਪਾਂ as ਜਿਹੜੀ ਕੰਜੰਕਸ਼ਨ ਆ ਉਹ ਯੂਜ਼ ਕਰਦੇ ਹਾਂ। as he is working hard he will get good marks, ਜਿਵੇਂ ਕਿ ਉਹ ਮਿਹਨਤ ਕਰ ਰਿਹਾ ਹੈ तो ਚੰਗੇ ਨੰਬਰ ਜ਼ਰੂਰ ਲੇਗਾ। as he is working hard, ਜਿਵੇਂ ਕਿ। ਕਾਰਨ ਦੱਸ, ਕਿਉਂ ਕਾਰਨ ਕੀ ਹੈ ਚੰਗੇ ਨੰਬਰ ਆਉਂਦਾ, ਕਿਉਂਕਿ ਉਹ ਮਿਹਨਤ ਕਰ ਰਿਹਾ। ਜਿਵੇਂ ਕਿ ਆਪਾਂ as ਲਈ ਯੂਜ਼ ਕਰਾਂਗੇ, as ਕੰਜੰਕਸ਼ਨ ਨੂੰ ਯੂਜ਼ ਕਰਾਂਗੇ। ਨੈਕਸਟ ਹੈ unless। ਅੱਜ ਆਪਾਂ ਕਹਿੰਦੇ ਆ unless ਨੂੰ ਨੈਗੇਟਿਵ ਜਿਹੜਾ ਯੂਜ਼ ਕਰਦੇ ਆ। unless ਨਹੀਂ ਤਾਂ, you work hard unless you fail, ਨਹੀਂ ਤਾਂ ਤੁਸੀਂ ਫੇਲ ਹੋ ਜਾਓਗੇ। ਮਿਹਨਤ ਕਰੋ ਨਹੀਂ ਤਾਂ ਤੁਸੀਂ ਫੇਲ ਹੋ ਜਾਓਗੇ। ਨੈਕਸਟ ਹੈ ਸਿੰਸ। ਇੱਥੇ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਤੂੰ ਇਹ ਕੰਮ ਕਿਉਂ ਕੀਤਾ ਜਾ ਰਿਹਾ ਹੈ। ਆਈ ਐਮ ਵੇਟਿੰਗ ਹੇਅਰ since my friend is coming, ਕਿਉਂਕਿ ਮੇਰਾ ਦੋਸਤ ਆ ਰਿਹਾ ਹੈ ਇਸ ਲਈ ਮੈਂ ਇੱਥੇ ਵੇਟ ਕਰ ਰਿਹਾ ਹਾਂ। my friend is coming since I am waiting here, opposite sentence ਵੀ ਆਪਾਂ ਲਿਖ ਸਕਦੇ ਹਾਂ। I am waiting here since my friend is coming, ਮੈਂ ਜਿਹੜਾ ਇੱਥੇ ਵੇਟ ਕਰ ਰਿਹਾ ਕਿਉਂਕਿ ਮੇਰਾ ਦੋਸਤ ਜਿਹੜਾ ਹੈ ਆ ਰਿਹਾ ਹੈ, ਕਾਰਨ ਦੱਸਿਆ ਜਾ ਰਿਹਾ ਹੈ। ਨੈਕਸਟ ਹੈ ਜਿਹੜੇ ਕੰਪਾਊਂਡ ਕੰਜੰਕਸ਼ਨਸ ਹੁੰਦੀਆਂ no, sooner, did and then,
दो ट्रांजैक्शंस ਜਿਹੜੀਆਂ ਨੇ ਉਹ ਇਕੱਠੀਆਂ ਯੂਜ਼ ਹੁੰਦੀਆਂ ਜਦੋਂ ਵੀ ਸੈਂਟੈਂਸ ਦੇ ਵਿੱਚ no sooner did ਲਗਾਵਾਂਗੇ ਆਪਾਂ ਕੰਜੰਕਸ਼ਨ ਉਹਦੇ ਤੋਂ ਬਾਅਦ ਜਿਹੜਾ then ਜਿਹੜਾ ਫੋਲੋ ਕਰੇਗਾ no sooner did ਨੂੰ। ਨੈਕਸਟ ਜਿਹੜਾ ਜਿਵੇਂ ਕਿ no sooner did the rain started he drove out। ਜਿਵੇਂ ਹੀ ਬਾਰਿਸ਼ ਸਟਾਰਟ ਹੋਈ then he came out ਉਹ ਜਿਹੜਾ ਬਾਹਰ ਚਲਾ ਗਿਆ। ਉਵੇਂ ਹੀ ਜਿਵੇਂ ਹੀ ਬਾਰਿਸ਼ ਸਟਾਰਟ ਹੋਈ ਉਹ ਬਾਹਰ ਚਲਾ ਗਿਆ। ਤਾਂ no sooner did ਨੂੰ ਹਮੇਸ਼ਾ ਹੀ then ਜਿਹੜੀ ਕੰਜੰਕਸ਼ਨ ਹੈ ਫੋਲੋ ਕਰੇਗੀ। ਨੈਕਸਟ ਹੈ neither nor। ਇਹ ਵੀ ਦੋ ਜਿਹੜੀਆਂ ਕੰਜੰਕਸ਼ਨਸ ਇਕੱਠੀਆਂ ਯੂਜ਼ ਹੁੰਦੀਆਂ ਨੇ ਕੰਪਾਊਂਡ ਕੰਜੰਕਸ਼ਨਸ ਵੀ ਆਪਾਂ ਕਹਿ ਦਿੰਦੇ ਆ ਕਿ neither ਦੇ ਨਾਲ nor ਯੂਜ਼ ਕਰਾਂਗੇ ਆਪਾਂ। neither ਦੇ nor ਦਾ ਮਤਲਬ ਕਿ ਨਾ ਤਾਂ ਇਹ ਚੀਜ਼ ਹੋ ਨਾ ਹੀ ਉਹ। neither he is intelligent nor active, ਨਾ ਤਾਂ ਇੰਟੈਲੀਜੈਂਟ ਹੈ ਔਰ ਨਾ ਹੀ ਐਕਟਿਵ ਹੈ। ਤਾਂ ਆਪਾਂ ਦੋਨੋਂ ਗੱਲਾਂ ਹੀ ਨਾ ਹੋਣ ਤਾਂ ਆਪਾਂ ਜਿਹੜਾ neither nor ਦਾ ਜਿਹੜਾ ਪ੍ਰਯੋਗ ਕਰਦੇ ਆ ਯੂਜ਼ ਕਰਦੇ ਆ ਕੰਜੰਕਸ਼ਨ ਦਾ ਸੈਂਟੈਂਸ ਦੇ ਵਿੱਚ। ਨੈਕਸਟ ਹੈ either or। either or ਦਾ ਮਤਲਬ ਉਹਦੇ ਆਪੋਜ਼ਿਟ ਹੈ ਜਾਂ ਤਾਂ ਇਹ ਜਾਂ ਤਾਂ ਉਹ। either you failed or pass in the examination if you work hard। या फिर आप एक और एग्जांपल ऐसे दे either you want to go दिल्ली और मुंबई कि तुसी दिल्ली जाना चाहते हो या मुंबई जाना चाहते हो ਤਾਂ ਉਹਦੇ ਲਈ ਆਪਾਂ ਜਿਹੜਾ either or ਆਪਣੇ ਕੋਲ ਦੋ ਆਪਸ਼ਨਸ ਨੇ ਆਪਾਂ ਜਾਂ ਤਾਂ ਇਹ ਜਾਂ ਤਾਂ ਉਹ ਆਪਾਂ ਕੋਈ ਆਪਸ਼ਨ ਦੇਣੀ ਹੋਏ ਤਾਂ ਆਪਾਂ either or ਦਾ ਜਿਹੜਾ ਪ੍ਰਯੋਗ ਕਰਾਂਗੇ। ਨੈਕਸਟ ਹੈ not only but also। it is also a compound conjunction। ਜਦੋਂ ਆਪਾਂ ਇਹ ਗੱਲ ਕਰਨੀ ਹੋਏ ਕਿ ਉਹ ਸਿਰਫ ਇੰਟੈਲੀਜੈਂਟ ਹੀ ਨਹੀਂ ਹੈ ਪਰ ਸਮਾਰਟ ਵੀ ਹੈ ਤਾਂ ਇੱਥੇ ਆਪਾਂ ਉਹੀ ਗੱਲ ਕਰਾਂਗੇ he is not intelligent only but smart also but active also। ਆਪਾਂ ਕਹਿ ਸਕਦੇ ਹਾਂ ਕਿ ਉਹ ਸਿਰਫ ਹੁਸ਼ਿਆਰ ਹੀ ਨਹੀਂ ਹੈ ਇੰਟੈਲੀਜੈਂਟ ਨਹੀਂ ਹੈ ਉਹ ਪੂਰੀ ਤਰ੍ਹਾਂ ਸਮਝਦਾਰ ਵੀ ਹੈ। ਤਾਂ not only but also ਨੂੰ ਫੋਲੋ ਕਰ ਰਿਹਾ ਹੈ। ਨੈਕਸਟ ਹੈ ਦੋ yet ਆਪਾਂ ਕੱਲਾ ਵੀ ਯੂਜ਼ ਕਰ ਸਕਦੇ ਹਾਂ ਫਿਰ ਵੀ ਆਪਾਂ ਦਿੱਤਾ ਇੱਥੇ ਦੀ ਦੋ ਔਰ yet ਦਾ ਕੀ ਮਤਲਬ ਹੈ ਦੋ ਦਾ ਮਤਲਬ ਚਾਹੇ और yet का मतलब फिर भी आप इन्हों अलग अलग भी यूज कर सकते हैं फिर उन्होंने जॉइंटली भी यूज कर देते हैं। पहले आप एग्जांपल अलग अलग दिखाएंगे दो दी तले दी एग्जांपल लइए दो ही वर्क हार्ड ही फेल्ड। उन्हें चाहे मेहनत की पर फेल हो गया सिंपली आप लिख सकते हैं ही वर्क हार्ड yet he failed। उन्हें मेहनत की पर वो फेल हो गया। हुण अगर आप इन्हों दोनों कंबाइनली यूज करांगे दो ही वर्क हार्ड yet he failed। चाहे उन्हें मेहनत की पर वो फिर भी फेल हो गया। तो इत्थे जिहड़ा दोनों कंजंक्शंस दा बराबर जिहड़ा यूज हो रहा है। नैक्सट है लेस्ट शुड। जिहड़ा लेस्ट नूं हमेशा जिहड़ा शुड ही फॉलो करता है। दोनों जिहड़े है इकट्ठे कंपाउंड कंजंक्शंस ने यूज होती है। यू वर्क हार्ड लेस्ट यू शुड फेल। मेहनत करो ऐदा ना होए कि तुसी फेल हो जाओ। लेस्ट का मतलब ही नेगेटिव सेंस चाहता है। लेस्ट यू शुड फेल तुसी फेल ना हो जाओ मेहनत करो। नेक्स्ट है बोथ ते एंड। ये भी इकट्ठे यूज होंगे है। बोथ का मतलब दोनों एंड जॉइंटली आप किसी को गल करनी है। ही इज बोथ इंटैलिजेंट एंड एक्टिव। वो इंटैलिजेंट भी है एक्टिव भी है। आप बोथ वर्ड मतलब दोनों ही है। आप ये चीज दसनी हो इज बोथ इंटैलिजेंट एंड एक्टिव। दोनों कंजंक्शंस जिहड़े इकट्ठियां यूज हो रही हैं। नेक्स्ट है एज और एज। ही इज एज इंटैलिजेंट एज हिज फादर कि वो उन्ना ही इंटैलिजेंट है जिन्ने उनके फादर इंटैलिजेंट है। जिवें आप कंपैरिजन कर रहे हैं दो परसनस का आपस में दस रहे हैं कि वो उन्ना ही इंटैलिजेंट है जिन्ने कि उन्हें फादर इंटैलिजेंट है। ही इज एज इंटैलिजेंट एज हिज फादर। नेक्स्ट है आफ्टर। आफ्टर का मतलब तुहानू पता ही है बाद। डॉक्टर केम आफ्टर द पेशेंट डाइड। पेशेंट के मरण तो बाद जिहड़ा डॉक्टर आया
ਤਾਂ ਉਹਦੇ ਵਿੱਚ ਆਪਾਂ ਬਾਅਦ ਦੀ ਗੱਲ ਕਰੀਏ, ਸੇਮ ਜਿਹੜਾ ਆਪਾਂ ਬਿਫੋਰ ਵੀ ਯੂਜ਼ ਕਰ ਸਕਦੇ ਹਾਂ, ਸੇਮ ਸੈਂਟੈਂਸ, ਡਾਕਟਰ ਅਰਾਈਵਡ ਬਿਫੋਰ ਦਾ ਪੇਸ਼ੈਂਟ ਡਾਈਡ, ਕਿ ਪੇਸ਼ੈਂਟ ਦੇ ਮਰਨ ਤੋਂ ਪਹਿਲਾਂ ਡਾਕਟਰ ਆ ਚੁੱਕਿਆ ਸੀ, ਪਹਿਲਾਂ ਜਾਂ ਬਾਅਦ ਚ। ਬਿਫੋਰ ਦਾ ਮਤਲਬ ਪਹਿਲਾਂ, ਆਫਟਰ ਦਾ ਮਤਲਬ ਬਾਅਦ ਚ। ਆ ਕੁਝ ਟ੍ਰਾਂਜੈਕਸ਼ਨਸ ਜਿਹੜੀਆਂ ਆਪਾਂ ਅੱਜ ਕੀਤੀਆਂ, ਜਿਹੜੀਆਂ ਕਿ ਇੰਗਲਿਸ਼ ਗ੍ਰਾਮਰ 'ਚ ਯੂਜ਼ ਹੁੰਦੀਆਂ। 1 ਬਾਈ 1 ਸਾਰੀਆਂ ਟ੍ਰਾਂਜੈਕਸ਼ਨਸ ਨੂੰ ਤੁਸੀਂ ਧਿਆਨ ਨਾਲ ਦੇਖੋਗੇ, ਪੜ੍ਹੋਗੇ, ਕਿਤਾਬ ਦੇ ਵਿੱਚੋਂ ਹੀ ਸਮਝਣ ਦੀ ਕੋਸ਼ਿਸ਼ ਕਰੋਗੇ, ਤੇ ਉਮੀਦ ਹੈ ਤੁਹਾਨੂੰ ਜਿਹੜੀਆਂ ਟ੍ਰਾਂਜੈਕਸ਼ਨ ਸਮਝ ਆਉਂਦੀਆਂ ਹੋਣਗੀਆਂ। ਡੂ ਪ੍ਰੈਕਟਿਸ ਐਟ ਹੋਮ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।